ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵੰਦਨਾ ਖੰਨਾ ਤੇ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਚਰਚਾ। ਪੰਜਾਬ ਚਰਚਾ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਪਰਾਲੀ ਬਾਰੇ। ਪਰਾਲੀ ਜਦ ਪੰਜਾਬ ਦੇ ਵਿੱਚ ਸੜਦੀ ਹੈ ਤਾਂ ਧੂਆਂ ਇਹਦਾ ਦਿੱਲੀ ਤੱਕ ਪਹੁੰਚਦਾ ਹੈ। ਹਾਲ ਹੀ ਦੇ ਵਿੱਚ ਨਾਸਾ ਨੇ ਪੰਜਾਬ ਦੇ ਵਿੱਚ ਪਰਾਲੀ ਸਾੜੇ ਜਾਣ ਦੀਆਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਨੇ। ਹਰ ਸਾਲ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੇ ਪੱਧਰ ਵਧਣ ਦੇ ਆંકੜੇ ਜਿਹੜੇ ਨੇ ਜਾਰੀ ਹੁੰਦੇ ਨੇ ਔਰ ਪਰਾਲੀ ਦੇ ਸਿਰ ਇਲਜ਼ਾਮ ਵੀ ਲੱਗਦਾ ਹੈ। ਆંકੜੇ ਦੱਸਦੇ ਨੇ ਕਿ ਇਹ ਸਮੱਸਿਆ ਜਿਹੜੀ ਹੈ ਪਰਾਲੀ ਸਾੜਨ ਦੀ ਉਹ ਕਿੰਨਾ ਵੱਡਾ ਰੂਪ ਜਿਹੜਾ ਪੰਜਾਬ ਦੇ ਵਿੱਚ ਲੈ ਚੁੱਕੀ ਹੈ। ਇਸ ਦੇ ਹੱਲ ਤੇ ਗੱਲ ਹੁੰਦੀ ਹੈ, ਬਾਰ-ਬਾਰ ਗੱਲ ਹੁੰਦੀ ਹੈ, ਪਰ ਨਤੀਜੇ ਇੰਨੇ ਸੁਖਾਵੇਂ ਨਹੀਂ ਨਿਕਲਦੇ। ਪਰ ਪੰਜਾਬ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਵੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਨਾ ਸਿਰਫ ਇਸ ਸਮੱਸਿਆ ਦਾ ਹੱਲ ਲੱਭਿਆ ਸਗੋਂ ਇੱਕ ਮਿਸਾਲ ਦੇ ਤੌਰ ਤੇ ਪੇਸ਼ ਹੋਏ ਨੇ। ਸੋ ਅਜਿਹੀ ਇੱਕ ਸ਼ਖਸੀਅਤ ਦੇ ਨਾਲ ਅੱਜ ਅਸੀਂ ਗੱਲ ਕਰਨੀ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਸਾਡੇ ਨਾਲ ਅੱਜ ਜੁੜੇ ਨੇ ਇੰਦਰਜੀਤ ਕੌਰ ਮਾਨ, ਜੋ ਕਿ 15 ਸਾਲ ਲਗਾਤਾਰ ਬੀੜ ਪਿੰਡ ਦੇ ਸਰਪੰਚ ਰਹੇ ਨੇ, ਸਮਾਜ ਸੇਵਕ ਨੇ ਤੇ ਇਸ ਦੇ ਨਾਲ ਹੀ ਬਿਜ਼ਨਸ ਵੂਮਨ ਨੇ, ਬਹੁਤ ਔਰਤਾਂ ਦੇ ਲਈ ਮਿਸਾਲ ਬਣ ਰਹੇ ਨੇ। ਸੋ ਸਭ ਤੋਂ ਪਹਿਲਾਂ ਇੰਦਰਜੀਤ ਕੌਰ ਮਾਨ ਹੋਰਾਂ ਦਾ ਸਵਾਗਤ ਕਰਦੇ ਹਾਂ। ਮੈਡਮ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ। ਸਭ ਤੋਂ ਪਹਿਲਾਂ ਗੱਲ ਅਸੀਂ ਪਰਾਲੀ ਦੀ ਸਮੱਸਿਆ ਬਾਰੇ ਕਰਨੀ ਹੈ। ਪਰਾਲੀ ਦੀ ਸਮੱਸਿਆ ਬਹੁਤ ਵੱਡੀ ਹੈ ਪੰਜਾਬ ਦੇ ਵਿੱਚ। ਕੀ ਸਥਿਤੀ ਹੈ ਇਸ ਵੇਲੇ ਪੰਜਾਬ ਨੂੰ ਲੈ ਕੇ, ਔਰ ਇਸ ਦੇ ਨਾਲ ਹੀ ਜਿਹੜੀ ਤੁਸੀਂ ਇੱਕ ਉਦਾਹਰਣ ਪੇਸ਼ ਕੀਤੀ ਹੈ, ਮਿਸਾਲ ਪੇਸ਼ ਕੀਤੀ ਹੈ, ਪਰਾਲੀ ਨੂੰ ਸਾੜਨ ਦੀ ਬਜਾਏ ਉਹਨੂੰ ਸਾਂਭਣ ਦੀ ਜਿਹੜੀ ਮਿਸਾਲ ਤੁਸੀਂ ਪੇਸ਼ ਕੀਤੀ ਹੈ ਪੰਜਾਬ ਦੇ ਵਿੱਚ, ਉਹਦੇ ਬਾਰੇ ਸਾਨੂੰ ਪਹਿਲਾਂ ਜ਼ਰੂਰ ਕੁਝ ਦੱਸੋ। ਸਭ ਤੋਂ ਪਹਿਲਾਂ ਪੰਜਾਬ US ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸੈਂਸਿਟਿਵ ਵਿਸ਼ੇ ਨੂੰ ਚੁਣਿਆ। ਇਹ ਇਸ ਵੇਲੇ ਦਾ ਬੜਾ ਭਖਦਾ ਮੁੱਦਾ ਵੀ ਆ ਔਰ ਮੌਕੇ ਦਾ ਮੁੱਦਾ ਵੀ ਆ। ਇਹਦੇ ਤੇ ਗੱਲਬਾਤ ਜਿਹੜੀ ਹੋਣੀ ਚਾਹੀਦੀ ਔਰ ਬਹੁਤ ਹੋਣੀ ਚਾਹੀਦੀ, ਲਗਾਤਾਰ ਹੋਣੀ ਚਾਹੀਦੀ ਹੈ, ਤਾਂ ਕਿ ਇਹ ਜਿਹੜੀ ਹੈਗੀ ਹਰ ਇਨਸਾਨ ਤੱਕ ਇਸ ਚੀਜ਼ ਨੂੰ ਜਿਹਨੂੰ ਆਪਾਂ ਵਿਚਾਰ ਕਰਨਾ ਬਣਦਾ ਉਹਨੂੰ ਕੀਤਾ ਜਾਵੇ। ਪਰਾਲੀ ਦਾ ਮੁੱਦਾ ਇੱਕ ਬੜਾ ਵੱਡਾ ਮੁੱਦਾ ਔਰ ਸਿਰਫ ਤੇ ਸਿਰਫ ਇਹਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਇਹਨੂੰ ਨਿਪਟਾਉਣ ਵਾਸਤੇ, ਉਹਨਾਂ ਦੇ ਵਿੱਚ ਕਮੀ ਹੈ ਔਰ ਉਹਨਾਂ ਕੋਸ਼ਿਸ਼ਾਂ ਨੂੰ ਜਿਹੜਾ ਤੇਜ਼ ਕਰਨ ਦਾ ਔਰ ਸਕਾਰਾਤਮਕ ਜਿਹੜਾ ਰੂਪ ਦੇਣਾ ਚਾਹੀਦਾ ਉਹ ਨਹੀਂ ਦਿੱਤਾ ਜਾ ਰਿਹਾ। ਸਿਰਫ ਗੱਲਾਂ ਹੁੰਦੀਆਂ ਨੇ, ਜ਼ਿਮੀਂਦਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਔਰ ਸਰਕਾਰਾਂ ਉਹ ਜਿਹੜਾ ਮਹੀਨਾ 2 ਮਹੀਨੇ ਦਾ ਟਾਈਮ ਆ ਉਹ ਨਿਕਲ ਗਿਆ ਤੇ ਗੱਲ ਖਤਮ। ਜਿਹੜੀ ਗੱਲ ਤੁਸੀਂ ਕੀਤੀ ਕਿ ਜਿਹੜਾ ਪਰਾਲੀ ਨੂੰ ਸਾਂਭਣ ਦਾ ਅਸੀਂ ਐਫਰਟ ਕੀਤੀ ਆ ਕਿ ਉਹਨੂੰ ਸਾਂਭਿਆ ਜਾਵੇ, ਔਰ ਮੈਂ ਆਪਣੇ ਸਰਪੰਚ ਹੋਣ ਦੇ ਦੌਰਾਨ ਸਾਡੇ ਕੋਲ ਕੁਝ ਜ਼ਮੀਨ ਸੀ ਪੰਚਾਇਤ ਦੀ 20-25 ਏਕੜ ਜਿਹਦੇ ਵਿੱਚ ਫਸਲ ਵਗੈਰਾ ਹੁੰਦੀ ਨਹੀਂ ਸੀ, ਕਲਰ ਵਾਲੀ ਜ਼ਮੀਨ ਸੀ। ਸੋਚ ਰਿਹਾ ਸੀ ਕਿ ਇਹਨੂੰ ਆਮਦਨ ਦਾ ਸਾਧਨ ਬਣਾਇਆ ਜਾਵੇ, ਇਹਨੂੰ ਕਿਸ ਤਰ੍ਹਾਂ ਬਣਾਇਆ ਜਾਵੇ ਕਿਉਂਕਿ ਖੇਤੀ ਉਹਦੇ 'ਤੇ ਹੁੰਦੀ ਨਹੀਂ। ਔਰ ਉਹਦੇ ਵਾਸਤੇ ਜਦੋਂ ਇਹ ਇੱਕ ਮੈਨੂੰ ਪਹੁੰਚ ਕੀਤੀ ਗਈ ਮੇਰੇ ਤੱਕ ਕਿ ਵੀ ਸਾਨੂੰ ਜ਼ਮੀਨ ਜਿਹੜੀ ਆ ਉਹ ਲੀਜ਼ 'ਤੇ ਚਾਹੀਦੀ ਹੈ, ਠੇਕੇ 'ਤੇ ਚਾਹੀਦੀ ਆ ਕਿ ਇੱਥੇ ਅਸੀਂ ਪਾਵਰ ਪਲਾਂਟ ਲਗਾਵਾਂਗੇ, ਔਰ ਇੱਕਦਮ ਨਾਲ ਮੈਂ ਉਸ ਚੀਜ਼ ਨੂੰ ਐਕਸੈਪਟ ਕੀਤਾ। ਸਹੀ ਪੁੱਛੋ ਤਾਂ ਉਹਨੂੰ ਐਕਸੈਪਟ ਮੈਂ ਆਪਣੇ ਤੌਰ 'ਤੇ ਹੀ ਕਰ ਲਿਆ, ਬਾਕੀ ਪੰਚਾਇਤ ਨਾਲ ਸਲਾਹ ਮਸ਼ਵਰਾ ਜਿਹੜਾ ਉਹ ਬਾਅਦ 'ਚ ਕੀਤਾ ਗਿਆ ਕਿਉਂਕਿ ਇਹ ਇੱਕ ਐਸੀ ਚੀਜ਼ ਸੀ ਜਿਹਦੀ ਜ਼ਰੂਰਤ ਸੀ ਔਰ ਇਹਦੀ ਜ਼ਰੂਰਤ ਹਜੇ ਲੋਕਾਂ ਨੂੰ ਸਮਝਾਉਣੀ ਪੈਣੀ ਸੀ ਕਿ ਇਹਦੀ ਜ਼ਰੂਰਤ ਕਿਉਂ ਆ, ਕਿਉਂਕਿ ਪਰਾਲੀ ਦਾ ਬਹੁਤ ਵੱਡਾ ਮੁੱਦਾ ਸਾਡੇ ਸਾਹਮਣੇ ਖੜਾ ਸੀ। ਅਸੀਂ ਜਿਹੜੀ ਚੀਜ਼ ਕਈ ਵਾਰੀ ਬਹੁਤ ਦੂਰ ਤੱਕ ਦੇਖ ਸਕਦੇ ਹਾਂ, ਹਰ ਇਨਸਾਨ ਉਹਨੂੰ ਦੂਰ ਤੱਕ ਨਹੀਂ ਦੇਖ ਸਕਦਾ ਔਰ ਇਹਦੇ ਵਿੱਚ ਮੈਨੂੰ ਕਈ ਸੰਭਾਵਨਾਵਾਂ ਨਜ਼ਰ ਆਈਆਂ। ਇੱਕ ਤਾਂ ਪਿੰਡ ਦੀ ਪੰਚਾਇਤ ਦੀ ਆਮਦਨ, ਦੂਸਰਾ ਪਰਾਲੀ ਦੀ ਸਾਂਭ ਸੰਭਾਲ, ਤੀਸਰਾ ਸਾਡੇ ਆਸੇ-ਪਾਸੇ ਜਿੰਨਾ ਵੀ ਲਾ ਲਓ ਕਿ ਜਿਹੜਾ ਵੀ ਉੱਥੇ 200-400 ਬੰਦਾ ਕੰਮ ਕਰੇਗਾ, ਇੰਪਲੋਇਮੈਂਟ, ਪਰਾਲੀ ਦੀ ਸੰਭਾਲ ਔਰ ਪੰਚਾਇਤ ਦੀ ਪਿੰਡ ਦੀ ਆਮਦਨ। ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੈਂ ਇਸ ਪ੍ਰੋਜੈਕਟ ਵਾਸਤੇ ਹਾਂ ਕੀਤੀ ਸੀ ਔਰ ਬੜਾ ਔਖਾ ਟਾਈਮ ਸੀਗਾ ਇਸ ਪ੍ਰੋਜੈਕਟ ਨੂੰ ਸਿਰੇ ਲਗਾਉਣ ਵਾਸਤੇ। ਪੂਰੇ ਬਲਾਕ ਦੇ ਵਿੱਚ ਇਹਦੇ ਜ਼ਮੀਨ 'ਤੇ ਕਬਜ਼ਾਕਾਰ ਲੋਕ ਸੀ ਜਿਹੜੇ ਉਹਨਾਂ ਨੇ ਬੜਾ ਵਿਰੋਧ ਕੀਤਾ, ਜਿੰਦਾਬਾਦ ਮੁਰਦਾਬਾਦ ਹੋਈ। ਸਭ ਕੁਝ ਹੋਣ ਦੇ ਬਾਵਜੂਦ ਜਿਹੜੀ ਡਿਟਰਮੀਨੇਸ਼ਨ ਸੀ ਕਿ ਇਹਨੂੰ ਪ੍ਰੋਜੈਕਟ ਨੂੰ ਸਿਰੇ ਲਗਾਉਣਾ, ਉਹ ਪ੍ਰੋਜੈਕਟ ਅਸੀਂ ਜਿਹੜਾ ਉਹ ਸਿਰੇ ਲਗਾਇਆ, ਜਿਹਦੇ ਅੱਜ ਬੜੇ ਸਾਰਥਕ ਸਾਨੂੰ ਉਹਦੇ ਨਤੀਜੇ ਸਾਹਮਣੇ ਆਏ ਨੇ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਜ਼ਿੰਦਾਬਾਦ ਮੁਰਦਾਬਾਦ ਦੇ ਨਾਰੇ ਵੀ ਲੱਗੇ। ਕੀ ਸਮੱਸਿਆ ਪੇਸ਼ ਆਉਂਦੀ ਹੈ ਦਰਅਸਲ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਿ ਪਰਾਲੀ ਜਿਹੜੀ ਹੈ ਉਹ ਸਾੜਨੀ ਚੰਗੀ ਚੀਜ਼ ਨਹੀਂ ਹੈਗੀ, ਇਹਦੇ ਕੀ ਨੁਕਸਾਨ ਨੇ, ਆਖਿਰ ਕਿਉਂ ਸਮਝ ਨਹੀਂ ਪਾਉਂਦੇ? ਐਸਾ ਕੁਝ ਨਹੀਂ ਹੈ, ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਕਿ ਕਿਸਾਨ ਨੂੰ ਸਮਝ ਨਹੀਂ ਹੈ। ਸਮਝ ਉਸ ਇਨਸਾਨ ਨੂੰ ਜ਼ਿਆਦਾ ਆ ਜਿਹੜਾ ਇਹਦੇ ਨਾਲ ਡੀਲ ਕਰਦਾ, ਜਿਹੜਾ ਜ਼ਿਮੀਂਦਾਰ ਇਹਦੇ ਵਿੱਚ ਇਨਵੋਲਵ ਆ। ਜਿਹੜਾ ਮੈਂ ਖੁਦ ਜ਼ਿਮੀਂਦਾਰ ਹਾਂ, ਮੈਂ ਖੇਤੀ ਕਰਦੀ ਹਾਂ, ਮੈਂ 15-20 ਸਾਲ ਖੁਦ ਆਪਣੇ ਹੱਥਾਂ ਨਾਲ ਖੇਤੀ ਕੀਤੀ ਆ। ਮੈਨੂੰ ਪਤਾ ਆ ਕਿ ਇਹਨੂੰ ਮਤਲਬ ਇਹ ਜਿਹੜਾ ਵਿਸ਼ਾ ਆ ਜਾਂ ਇਹ ਪਰਾਲੀ ਆ, ਜ਼ਿਮੀਂਦਾਰ ਤੋਂ ਸਮਝਦਾਰ ਕੋਈ ਨਹੀਂ ਇਸ ਵਿਸ਼ੇ ਵਾਸਤੇ। ਪਹਿਲਾਂ ਤਾਂ ਇਹ ਗੱਲ ਲੋਕ ਆਪਣੇ ਦਿਲ ਦੇ ਵਿੱਚੋਂ ਕੱਢ ਦੇਣ, ਜਾਂ ਜਿਹੜੇ
ਜਿਹੜੇ ਪਾਲਿਸੀ ਬਣਾਉਂਦੇ ਨੇ ਉਹ, ਜਾਂ ਜਿਹੜੇ ਮਤਲਬ ਉੱਪਰਲੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈ, ਖੇਤੀਬਾੜੀ ਨਾਲ ਜੁੜੇ ਨਹੀਂ ਹੈ, ਉਹ ਇਹ ਗੱਲ ਆਪਣੇ ਦਿਮਾਗ ਚੋਂ ਕੱਢ ਦੇਣ ਕਿ ਜ਼ਿਮੀਂਦਾਰ ਨੂੰ ਪਰਾਲੀ ਦੇ ਬਾਰੇ 'ਚ ਸਮਝ ਨਹੀਂ ਔਰ ਜ਼ਿਮੀਂਦਾਰ ਪਰਾਲੀ ਨੂੰ ਸਮੇਟ ਨਹੀਂ ਸਕਦਾ ਜੀ। ਉਹੀ ਕਰ ਸਕਦਾ, ਹੋਰ ਕਿਸੇ ਦੇ ਕਰਨ ਦਾ ਕੰਮ ਨਹੀਂ ਹੈ ਜੀ। ਸਰਕਾਰਾਂ ਨਹੀਂ ਕਰ ਸਕਦੀਆਂ। ਸਰਕਾਰਾਂ ਜੋ ਜ਼ਿਮੀਂਦਾਰ ਨੂੰ ਚਾਹੀਦਾ ਉਹ ਪ੍ਰੋਵਾਈਡ ਕਰਵਾਉਣ, ਜੀ। ਜੋ ਜ਼ਿਮੀਂਦਾਰ ਨੂੰ ਇਹਦੇ ਵਾਸਤੇ ਚਾਹੀਦਾ ਉਹ ਦੇਣ, ਜ਼ਿਮੀਂਦਾਰ ਖੁਦ ਨਿਪਟਾ ਲਏਗਾ ਪਰਾਲੀ। ਮੈਂ ਜਿਹੜਾ ਜ਼ਿਮੀਂਦਾਰ ਦੀ ਇਹ ਬਹੁਤ ਜ਼ਿਆਦਾ ਚੀਜ਼ ਪੈਦਾ ਕਿੱਦਾਂ ਹੋਈ, ਕਿਉਂਕਿ ਝੋਨਾ ਬੜੀ ਦੇਰ ਤੋਂ ਲੱਗਦਾ ਔਰ ਅੱਗ ਨਹੀਂ ਬਹੁਤ ਦੇਰ ਤੋਂ ਲੱਗਦੀ। ਅੱਗ ਲੱਗਣ ਦਾ ਸਿਲਸਿਲਾ ਜਿਹੜਾ ਇਹ ਜਦੋਂ ਦਾ ਸਾਡਾ ਪਾਣੀ ਪੱਧਰ ਨੀਚੇ ਗਿਆ, ਜਦੋਂ ਤੋਂ ਸਰਕਾਰਾਂ ਨੇ ਸਖਤੀ ਕੀਤੀ ਕਿ ਜੀ ਝੋਨਾ ਤੁਸੀਂ 10 ਜੂਨ ਜਾਂ 20 ਜੂਨ ਜਾਂ 25 ਜੂਨ ਉਦੋਂ ਤੋਂ ਲਗਾਉਣਾ, ਉਦੋਂ ਤੋਂ ਇਹ ਸਮੱਸਿਆ ਵਧੀ। ਉਹਦਾ ਕੀ ਕਾਰਨ ਹੈ ਕਿ ਪਹਿਲਾਂ ਜਿਹੜਾ ਝੋਨਾ ਸੀ ਉਹ ਜੂਨ ਦੇ ਪਹਿਲੇ ਹਫਤੇ ਲੱਗਣਾ ਸ਼ੁਰੂ ਹੋ ਜਾਂਦਾ ਸੀ, ਜਾਂ ਕੁਝ ਕਹਿ ਲਓ ਕਿ ਝੋਨਾ ਜਿਹੜਾ ਆ ਉਹ ਕਣਕ ਚੁੱਕਦਿਆਂ ਸਾਰ ਕਈ ਵਾਰੀ ਮਈ ਦੇ ਅਖੀਰਲੇ ਹਫਤੇ ਵੀ ਸਟਾਰਟ ਹੋ ਜਾਂਦਾ ਸੀ। ਉਹਦੇ ਨਾਲ ਝੋਨਾ ਜਿਹੜਾ ਪਹਿਲਾਂ ਤੋਂ ਸਟਾਰਟ ਹੋ ਜਾਂਦਾ ਸੀ, ਉਹਦੇ ਪੱਕਣ ਦਾ ਜਿਹੜਾ ਟਾਈਮ ਆ ਉਹ ਤਾਂ ਲਿਮਿਟ 'ਚ ਉਨਾ ਹੀ ਹੈ ਨਾ। ਜੇ ਝੋਨੇ ਨੇ 300 ਦਿਨ ਲੈਣਾ ਜਾਂ 200 ਦਿਨ ਲੈਣਾ ਜਾਂ 150 ਦਿਨ ਲੈਂਦਾ, ਕੋਈ ਝੋਨਾ ਸਾਡਾ ਜਿਹੜਾ ਉਹ 150 ਦਿਨ ਦੇ ਵਿੱਚ ਪੱਕ ਜਾਂਦਾ, ਕੋਈ ਝੋਨਾ ਸਾਡਾ ਉਸ ਤੋਂ ਵੀ ਘੱਟ ਦਿਨਾਂ ਦੇ ਵਿੱਚ ਪੱਕਦਾ। ਉਹ ਜਿਹੜਾ ਟਾਈਮ ਗੈਪ ਨਾ 1 ਮਹੀਨਾ ਜਿਹੜਾ ਸਰਕਾਰ ਨੇ ਪਾਣੀ ਦੇ ਨਾਮ ਤੇ ਜ਼ਿਮੀਂਦਾਰਾਂ ਤੋਂ ਲੈ ਲਿਆ, ਉਹਦੇ ਵਿੱਚ ਉਹ ਉਸ 1 ਮਹੀਨੇ ਨੇ ਕਣਕਾਂ ਦਾ ਤੇ ਝੋਨੇ ਦਾ ਗੈਪ 20 ਦਿਨ ਦਾ ਕਰਤਾ। ਹੁਣ ਸਮੱਸਿਆ ਕਿੱਥੇ ਆਉਂਦੀ ਆ ਕਿ ਝੋਨਾ ਹੁਣ ਇਸ ਵੇਲੇ ਝੋਨਾ ਚੁੱਕਿਆ ਜਾ ਰਿਹਾ ਪੀਕ ਤੇ, ਔਰ 20 ਦਿਨ ਦੇ ਵਿੱਚ ਜ਼ਿਮੀਂਦਾਰ ਨੇ ਕਣਕ ਬੀਜਣੀ ਹੈ। ਜੇ ਉਹ 10 ਨਵੰਬਰ ਤੱਕ ਕਣਕ ਨਹੀਂ ਬੀਜਦਾ, ਅੱਗੋਂ ਕਣਕ ਦਾ ਝਾੜ ਪੂਰਾ ਨਹੀਂ ਨਿਕਲਦਾ। ਇਸ ਹਫੜਾ ਦਫੜੀ ਦੇ ਵਿੱਚ, ਇਸ ਕਾਹਲੀ ਦੇ ਵਿੱਚ ਜ਼ਿਮੀਂਦਾਰ ਕੋਲ ਨਾ ਤਾਂ ਟਾਈਮ ਹੈ ਔਰ ਨਾ ਅੱਗੋਂ ਦੇ ਅੱਗੇ ਸਰਮਾਇਆ ਆ ਕਿ ਉਹ ਇਹਨੂੰ ਸਾਂਭ ਸਕੇ। ਸਰਕਾਰਾਂ ਸਿਰਫ ਰੌਲਾ ਪਾਉਂਦੀਆਂ, ਸੈਂਟਰ ਵੀ ਰੌਲਾ ਪਾਉਂਦਾ, ਪੰਜਾਬ ਗਵਰਨਮੈਂਟਾਂ ਵੀ ਰੌਲਾ ਪਾਉਂਦੀਆਂ, ਪਰ ਉਹਦੇ ਵਾਸਤੇ ਜ਼ਿਮੀਂਦਾਰ ਨੂੰ ਦਿੱਤਾ ਕੀ ਜਾ ਰਿਹਾ ਕਿ ਉਹ ਆਪਣੀ ਪਰਾਲੀ ਸਾਂਭੇ। ਉਹਨੂੰ ਉਹਦੇ ਸਮਰਥਨ ਮੁੱਲ ਦੇ ਵਿੱਚ ਜੋ ਜ਼ਿਮੀਂਦਾਰ ਨੂੰ ਝੋਨੇ ਦੀ ਕੀਮਤ ਦਿੱਤੀ ਜਾਂਦੀ ਹੈ, ਜੇ ਉਹਦੇ ਵਿੱਚ 200 ਰੁਪਇਆ ਹੋਰ ਐਡ ਕੀਤਾ ਜਾਵੇ, ਮੈਨੂੰ ਨਹੀਂ ਪਤਾ ਕਿੱਥੋਂ ਆਏਗਾ, ਜ਼ਿਮੀਂਦਾਰ ਨੂੰ ਨਹੀਂ ਪਤਾ ਕਿੱਥੋਂ ਆਏਗਾ ਉਹ ਪੈਸਾ, ਪਰ ਉਹਨੂੰ ਪੈਸੇ ਚਾਹੀਦੇ ਆ। ਜੇ ਉਹਨੇ ਪਰਾਲੀ ਦੀ ਸੰਭਾਲ ਕਰਨੀ ਆ, ਜ਼ਿਮੀਂਦਾਰ ਸਭ ਕਰ ਸਕਦਾ, ਉਹਨੂੰ ਸਭ ਆਂਦਾ, ਉਹਨੂੰ ਕੁਝ ਨਹੀਂ ਭੁੱਲਿਆ ਹੋਇਆ ਕਿ ਵੀ ਉਹਨੂੰ ਕਿਸੇ ਦੀ ਸਲਾਹ ਮਸ਼ਵਰੇ ਦੀ ਜ਼ਰੂਰਤ ਨਹੀਂ ਹੈ, ਜ਼ਿਮੀਂਦਾਰ ਸਭ ਕਰ ਲਏਗਾ, ਪਰ ਉਹਨੂੰ ਉਹਦੇ ਵਾਸਤੇ ਉਹਦੀ ਕੀਮਤ ਮਿਲਣੀ ਚਾਹੀਦੀ ਹੈ। ਇੱਕ ਖੇਤ ਦੀ ਪਰਾਲੀ ਨੂੰ ਸਾਂਭ ਸੰਭਾਲ ਕਰਨ ਵਾਸਤੇ, ਇਹਨੂੰ ਆਪਣੇ ਖੇਤ ਨੂੰ ਪੱਧਰਾ ਕਰਨ ਵਾਸਤੇ, ਕਣਕ ਦੀ ਤਿਆਰੀ ਕਰਨ ਵਾਸਤੇ 1 ਏਕੜ ਦੇ ਵਿੱਚ 5 ਤੋਂ 6000 ਰੁਪਏ ਦਾ ਖਰਚਾ ਆਂਦਾ। ਉਹ ਜ਼ਿਮੀਂਦਾਰ ਆਪਣੇ ਝੋਨੇ ਦੇ ਵਿੱਚੋਂ ਖਰਚਾ ਕਿਵੇਂ ਕਰੇਗਾ? ਸਰਕਾਰ ਜਿਵੇਂ ਦਾਅਵੇ ਕਰਦੀ ਹੈ ਕਿ ਸਬਸਿਡੀ ਜਿਹੜੀ ਹੈ ਉਹ ਪਹੁੰਚਾ ਰਹੀ ਹੈ ਕਿਸਾਨਾਂ ਤੱਕ, ਤੇ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਦਾਅਵੇ ਨੇ ਇਹ ਖੋਖਲੇ ਦਾਅਵੇ ਨੇ, ਕਿ ਕਿਸਾਨਾਂ ਤੱਕ ਸਬਸਿਡੀ ਪਹੁੰਚ ਨਹੀਂ ਰਹੀ, ਜਾਂ ਜੇ ਪਹੁੰਚ ਰਹੀ ਹੈ ਤਾਂ ਸਮੇਂ ਸਿਰ ਨਹੀਂ ਪਹੁੰਚ ਰਹੀ। ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਬਸਿਡੀ ਨੂੰ ਲੈ ਕੇ ਪੇਸ਼ ਆ ਰਹੀਆਂ? ਤੁਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸ ਸਬਸਿਡੀ ਦੀ ਗੱਲ ਕਰਦੇ ਹੋ। ਝੋਨੇ ਦੇ ਬਾਰੇ, ਪਰਾਲੀ ਦੇ ਬਾਰੇ ਵਿੱਚ ਜ਼ਿਮੀਂਦਾਰਾਂ ਨੂੰ ਕਿਹੜੀ ਸਬਸਿਡੀ ਦਿੱਤੀ ਜਾਂਦੀ ਹੈ? ਮੇਰੀ ਨੌਲੇਜ ਦੇ ਵਿੱਚ ਐਸੀ ਕੋਈ ਸਬਸਿਡੀ ਨਹੀਂ ਹੈ ਜਿਹੜੀ ਜ਼ਿਮੀਂਦਾਰਾਂ ਤੱਕ ਨੂੰ ਦਿੱਤੀ ਜਾਂਦੀ ਹੈ ਜਾਂ ਪਹੁੰਚਦੀ ਜਾਂਦੀ। ਮੈਂ ਖੁਦ ਜ਼ਿਮੀਂਦਾਰ ਹਾਂ, ਮੈਂ ਖੁਦ ਖੇਤੀ ਕਰਦੀ ਹਾਂ, ਮੈਨੂੰ ਨਹੀਂ ਪਤਾ ਕਿ ਕਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਨਾ। ਜਿਹੜੀ ਸਬਸਿਡੀ ਮੇਰੀ ਨੌਲੇਜ ਦੇ ਵਿੱਚ ਉਹ ਹੈਗੀ ਆ ਕਿ ਜਿਹੜੇ ਅੱਜ ਕੱਲ੍ਹ ਗੰਢਾਂ ਬੰਨ੍ਹਦੇ ਨੇ ਪਾਵਰ ਪਲਾਂਟਾਂ ਵਾਸਤੇ ਪਰਾਲੀ ਦੀਆਂ, ਉਹਦੀ ਮਸ਼ੀਨਰੀ ਆਉਂਦੀ, ਉਹਨੂੰ ਬੇਲਰ ਕਹਿੰਦੇ ਨੇ, ਉਹਨੂੰ ਰੀਪਰ ਕਹਿੰਦੇ ਨੇ। ਇਹੋ ਜਿਹੀਆਂ ਚੀਜ਼ਾਂ ਆ ਜਿਹੜੀ ਉਹ ਮਸ਼ੀਨਰੀ ਆਉਂਦੀ ਆ, ਉਹ ਮਸ਼ੀਨਰੀ ਜਿਹੜੀ ਆ ਉਹ ਜਦੋਂ ਹੀ ਕੰਬਾਈਨ ਚੱਲਦੀ, ਉਸ ਤੋਂ ਬਾਅਦ ਜ਼ਿਮੀਂਦਾਰ ਰੀਪਰ ਕਰਦਾ, ਰੀਪਰ ਤੋਂ ਬਾਅਦ ਉਹ ਆ ਕੇ ਆਪਣੀਆਂ ਗੰਢਾਂ ਬੰਨ੍ਹਦੇ ਨੇ, ਪਰਾਲੀ ਇਕੱਠੀ ਕਰਦੇ ਨੇ ਬੇਲਰ ਦੇ ਨਾਲ, ਫਿਰ ਗੰਢਾਂ ਬੰਨ੍ਹਦੇ ਨੇ, ਉਹ ਲੈ ਕੇ ਜਾਂਦੇ। ਉਹ ਇੱਕ ਮਸ਼ੀਨਰੀ ਜਿਹੜੀ ਉਹ ਡਿਵੈਲਪ ਹੋਈ ਆ ਪੰਜਾਬ ਦੇ ਵਿੱਚ। ਜਿਹੜਾ ਪਲਾਂਟ ਸਾਡੇ ਪਿੰਡ ਦੀ ਜ਼ਮੀਨ 'ਚ ਲੱਗਿਆ ਹੋਇਆ ਉਹ ਵੀ ਇਹ ਕੰਮ ਕਰਦੇ ਨੇ। ਹੋਰ ਪੰਜਾਬ ਦੇ ਵਿੱਚ ਬਹੁਤ ਸਾਰੇ ਪਲਾਂਟ ਨੇ, ਆਈ ਥਿੰਕ ਹੋਰ ਬਹੁਤ ਸਾਰੇ ਪਲਾਂਟਾਂ ਦੀ ਜ਼ਰੂਰਤ ਆ ਇਸ ਸੰਬੰਧ ਦੇ ਵਿੱਚ। ਉਹ ਇੱਕ ਮਸ਼ੀਨਰੀ ਆ। ਮੈਂ ਇੱਥੇ ਦੁਬਾਰਾ ਆਊਂਗੀ ਕਿ ਪਲਾਂਟ ਜਿਹੜੇ ਆ ਉਹਨਾਂ ਦੀ ਕੀ ਕਪੈਸਿਟੀ ਆ, ਉਹ ਕੀ ਮਤਲਬ ਉਹਨਾਂ ਦੀ ਰਿਕੁਆਇਰਮੈਂਟ ਆ, ਕੀ ਉਹਨਾਂ ਨੂੰ ਮਿਲਦਾ। ਪਹਿਲਾਂ ਆਪਾਂ ਸਬਸਿਡੀ ਦੀ ਜਿਹੜੀ ਤੁਸੀਂ ਗੱਲ ਕੀਤੀ ਉਹਨੂੰ ਕੰਪਲੀਟ ਕਰ ਲਈਏ ਕਿ ਸਬਸਿਡੀ ਦਾ ਇਸ ਵਾਰ ਐਸਾ ਜਲੂਸ ਨਿਕਲਿਆ ਸਰਕਾਰਾਂ ਦਾ ਕਿ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਕਿ ਖੇਤੀਬਾੜੀ ਮਹਿਕਮਾ ਕਹਿ ਰਿਹਾ ਕਿ ਇੱਕ ਪਿੰਡ ਦੇ ਵਿੱਚ ਜੇ ਤੁਸੀਂ ਬੇਲਰ ਖਰੀਦਦੇ ਹੋ, ਉਹ ਜਿਹੜਾ ਬੇਲਰ ਆ ਉਹਦੀ ਕੀਮਤ 13 ਲੱਖ ਰੁਪਏ। ਉਹ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਇੱਕ ਹੀ ਬੰਦੇ ਨੂੰ ਸਬਸਿਡੀ ਦਿੱਤੀ ਜਾਊਗੀ। ਇਹ ਕਿਹੜਾ ਰੂਲ ਹੋਇਆ? ਇਹ ਕਿਹੜਾ ਕ੍ਰਾਈਟੇਰੀਆ ਇਹਨਾਂ ਨੇ ਰੱਖਿਆ ਕਿ ਇੱਕ ਤੋਂ ਵੱਧ ਬੰਦਾ ਕੰਮ ਨਹੀਂ ਕਰ ਸਕਦਾ? ਕਿ ਇੱਕ ਤੋਂ ਵੱਧ ਜਿਹੜਾ ਜ਼ਿਮੀਂਦਾਰ ਆ ਇੱਕ ਮਤਲਬ ਉਹ ਮਸ਼ੀਨ ਨੂੰ ਖਰੀਦ ਨਹੀਂ ਸਕਦਾ, ਉਹਨੂੰ ਸਬਸਿਡੀ
ਇਹ ਕਿਹੜਾ ਅਸੂਲ ਹੋ ਗਿਆ ਕਿ ਇੱਕ ਜ਼ਿਮੀਂਦਾਰ, ਇੱਕ ਪਿੰਡ ਦੇ ਵਿੱਚ ਇੱਕ ਹੀ ਜ਼ਿਮੀਂਦਾਰ ਨੂੰ ਸਬਸਿਡੀ ਦਿੱਤੀ ਜਾਏਗੀ। ਜੀ ਦੂਸਰੀ ਗੱਲ, ਪੂਰੇ ਜ਼ਿਲ੍ਹੇ ਦੇ ਵਿੱਚ ਇਸ ਵਾਰ ਸਿਰਫ ਤੇ ਸਿਰਫ 12 ਜ਼ਿਮੀਂਦਾਰਾਂ ਨੂੰ ਜਿਹੜੀ ਹੈਗੀ ਆ ਉਹ ਸਬਸਿਡੀ ਮਿਲੀ ਆ। ਕਿ ਕਿਹੜਾ ਇਹ ਲੈਵਲ ਹੋਇਆ ਸਰਕਾਰ ਦਾ ਕੰਮ ਕਰਨ ਦਾ? ਸਰਕਾਰ ਕਿੰਨੀ ਕੁ ਸੰਜੀਦਾ, ਤੁਸੀਂ ਇਸ ਗੱਲ ਤੋਂ ਸਮਝ ਸਕਦੇ ਹੋ ਕਿ ਸਰਕਾਰ ਪਰਾਲੀ ਵਾਸਤੇ ਕਿੰਨੀ ਕੁ ਸੰਜੀਦਾ ਹੈ, ਕਿੰਨੀ ਕੁ ਜ਼ਿਮੀਂਦਾਰਾਂ ਵਾਸਤੇ ਸੈਂਸਿਟਿਵ ਆ, ਕਿੰਨਾ ਕੁ ਜ਼ਿਮੀਂਦਾਰਾਂ ਨੂੰ ਸਮਝ ਰਹੀ ਆ ਕਿ ਵੀ ਤੁਸੀਂ ਪੂਰੇ ਜ਼ਿਲ੍ਹੇ ਜਲੰਧਰ ਜ਼ਿਲ੍ਹੇ ਦੇ ਵਿੱਚ ਸਿਰਫ ਤੇ ਸਿਰਫ 12 ਜਿਹੜੇ ਜ਼ਿਮੀਂਦਾਰ, ਉਹਨਾਂ ਨੂੰ ਬੇਲਰ ਜਿਹੜੇ ਆ ਉਹਨਾਂ ਤੇ ਸਬਸਿਡੀ ਮਿਲਦੀ ਹੈ। ਜੀ ਦੂਸਰੀ ਵੱਡੀ ਗੱਲ ਹੈ ਕਿ ਇਹ ਸਬਸਿਡੀ ਵਾਲਾ ਵੀ ਜਿਹੜਾ ਡਰਾਮਾ ਹੈ, ਇੱਕ ਆਮ ਜ਼ਿਮੀਂਦਾਰ, ਮੈਨੂੰ ਤੁਸੀਂ ਦੱਸੋ ਕਿ ਉਹ 13 ਲੱਖ ਰੁਪਏ ਕਿੱਥੋਂ ਲੈ ਕੇ ਆਏਗਾ? ਸਬਸਿਡੀ ਤਾਂ ਬਾਅਦ ਦੀ ਗੱਲ ਹੈ, ਕਦੋਂ ਮਿਲਣੀ? ਸਾਲ ਬਾਅਦ, 2 ਸਾਲ ਬਾਅਦ, 1.5 ਸਾਲ ਬਾਅਦ ਮਿਲਣੀ ਕਿ ਨਹੀਂ ਮਿਲਣੀ? ਜੀ ਇਹ ਵੀ ਕੋਈ ਛੋਟੀ ਨਹੀਂ ਹੈ ਕਿ ਇੱਕ ਜ਼ਿਮੀਂਦਾਰ ਆਪਣੀ ਪਰਾਲੀ ਜਾਂ ਆਪ ਨੂੰ ਉਹਨੂੰ ਬਿਜ਼ਨਸ ਤੌਰ ਤੇ ਕਰਨ ਵਾਸਤੇ, ਉਹਨੂੰ ਪੱਕੇ ਤੌਰ ਤੇ ਆਪਣਾ ਧੰਦਾ ਬਣਾਉਣ ਵਾਸਤੇ, ਇੱਕ ਬੇਲਰ ਖਰੀਦਣ ਵਾਸਤੇ 13 ਲੱਖ ਰੁਪਇਆ ਕਿੱਥੋਂ ਲੈ ਕੇ ਆਵੇ? ਜੀ ਸਬਸਿਡੀ ਜਿਹੜੀ ਆ, ਜਾਂ ਤਾਂ ਉਹਨੂੰ ਨਾਲ ਦੀ ਨਾਲ ਉਸੇ ਵੇਲੇ ਜੋ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਮੌਕੇ ਤੇ ਹੋਣੀ ਚਾਹੀਦੀ ਹੈ, ਜ਼ਿਮੀਂਦਾਰ ਆਪਣਾ ਸ਼ੇਅਰ ਪਾਵੇ, ਸਰਕਾਰ ਆਪਣਾ ਸ਼ੇਅਰ ਪਾਵੇ। ਜਾਂ ਇਹ ਸਬਸਿਡੀ ਜਿਹੜੀ ਹੈਗੀ ਆ ਇਹ ਤੁਸੀਂ ਸੰਬੰਧਿਤ ਡੀਲਰ ਜਿਹੜਾ ਮਸ਼ੀਨ ਬਣਾਉਂਦਾ ਉਹਨੂੰ ਦਿਓ, ਜਾਂ ਇਹ ਸਬਸਿਡੀ ਤੁਸੀਂ ਸਰਕਾਰ ਨੂੰ ਜਿਹੜੀਆਂ ਬੈਂਕਾਂ ਜਿਹੜੇ ਲੋਨ ਕਰਦੀਆਂ ਉਹਨਾਂ ਨੂੰ ਸਿੱਧੀ ਦਿਓ। ਇਹ ਜ਼ਿਮੀਂਦਾਰ ਦੇ ਮਤਲਬ ਨਾਲ ਹੀ ਖਿਲਵਾੜ ਹੋਣਾ ਹੁੰਦਾ ਹੈ ਕਿ ਸਬਸਿਡੀ ਦਾ ਇਹ ਤਮਾਸ਼ਾ ਜਿਹੜਾ ਹੈਗਾ ਇਹ ਕੋਈ ਕਾਰਗਰ ਨਹੀਂ ਹੈਗਾ, ਨਾ ਇਹਦੇ ਨਾਲ ਕੋਈ ਸਮੱਸਿਆ ਹੱਲ ਹੋਣ ਵਾਲੀ ਹੈ। ਠੀਕ ਹੈ ਨਾ? ਜ਼ਿਮੀਂਦਾਰ ਪਹਿਲਾਂ ਵੀ ਕਰਜ਼ਾਈ ਸੀ, ਜ਼ਿਮੀਂਦਾਰ ਅੱਜ ਵੀ ਕਰਜ਼ਾਈ ਹੈ, ਜ਼ਿਮੀਂਦਾਰ ਬੇਲਰ ਲੈ ਕੇ ਵੀ ਕਰਜ਼ਾਈ ਰਹਿੰਦਾ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਰਕਾਰਾਂ ਦੀ ਸਮਝ 'ਚ ਜਾਂ ਉਹ ਸਮਝਣਾ ਨਹੀਂ ਚਾਹੁੰਦੀਆਂ ਜਾਂ ਉਹ ਸਮਝ ਨਹੀਂ ਪਾ ਰਹੀਆਂ। ਅਸਲ ਸਮੱਸਿਆਵਾਂ ਜਿਹੜੀਆਂ ਜ਼ਿਮੀਂਦਾਰ ਦੀਆਂ ਉਹ ਸਰਕਾਰ ਦੇ ਪੱਲੇ ਨਹੀਂ ਪੈ ਰਹੀਆਂ। ਜੀ ਤੁਹਾਨੂੰ ਲੱਗਦਾ ਹੈ ਕਿ ਜਿੰਨੇ ਅਵੇਅਰਨੈਸ ਪ੍ਰੋਗਰਾਮ ਜਿਹੜੇ ਚਲਾਏ ਜਾ ਰਹੇ ਨੇ ਉਹ ਸਿਰਫ ਤੇ ਸਿਰਫ ਦਸਤਾਵੇਜ਼ ਨੇ, ਕਾਗਜ਼ੀ ਨੇ, ਔਰ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਗੱਲ ਹੁੰਦੀ ਹੈ ਇਸ ਮਸਲੇ ਦੇ ਉੱਪਰ ਕਿ ਅਸਲ 'ਚ ਸਮੱਸਿਆ ਕੀ ਹੈ, ਇਸ ਤਰ੍ਹਾਂ ਦੀ ਗੱਲ ਹੁੰਦੀ ਹੈ? ਮੈਂ ਤੇ ਤੁਹਾਨੂੰ ਪਹਿਲਾਂ ਇਹ ਗੱਲ ਦੱਸਿਆ ਕਿ ਬਈ ਜ਼ਿਮੀਂਦਾਰ ਨੂੰ ਕਿਸੇ ਸੈਮੀਨਾਰ ਦੀ ਜ਼ਰੂਰਤ ਨਹੀਂ। ਜੀ ਜ਼ਿਮੀਂਦਾਰ ਨੂੰ ਸਿਰਫ ਪੈਸੇ ਦੀ ਜ਼ਰੂਰਤ ਹੈ। ਜ਼ਿਮੀਂਦਾਰ ਨੂੰ ਪੈਸੇ ਦਿਓ, ਉਹ ਸੈਮੀਨਾਰ ਜਿਹੜੇ ਉਹ ਤਾਂ ਅਸੀਂ ਖੁਦ ਸਮਝਾ ਸਕਦੇ ਹਾਂ। ਜੀ ਮੈਂ ਜ਼ਿਮੀਂਦਾਰ ਹਾਂ, ਮੈਂ ਕੰਮ ਕੀਤਾ ਹੋਇਆ, ਆਪਣੇ ਹੱਥਾਂ ਨਾਲ ਕੰਮ ਕੀਤਾ, ਮੈਂ ਪ੍ਰੈਕਟੀਕਲੀ ਗੱਲ ਕਰਦੀ ਹਾਂ। ਮੈਂ ਕਿਸੇ ਜਿਹੜੀ ਕੋਈ ਜੇ ਕੋਈ ਮੈਂ ਤਾਂ ਅੰਕੜਾ ਪੇਸ਼ ਕਰਦੀ ਹਾਂ ਜਾਂ ਮੈਂ ਕੋਈ ਤੁਹਾਡੇ ਨਾਲ ਗੱਲ ਕਰਦੀ ਹਾਂ, ਮੈਂ ਇਹਦੇ ਤੇ ਮੈਂ ਐਕਸਪਰਟ ਨਹੀਂ ਹਾਂ। ਮੈਂ ਸਿਰਫ ਤਜਰਬੇਕਾਰ ਹਾਂ ਕਿ ਮੈਂ ਤਜਰਬਾ ਮੇਰਾ ਕਿ ਮੈਂ ਖੇਤੀ ਖੁਦ ਕਰਦੀ ਹਾਂ, ਮੈਨੂੰ ਪਤਾ ਕਿੱਥੇ ਸਮੱਸਿਆਵਾਂ ਆਉਂਦੀਆਂ। ਜ਼ਿਮੀਂਦਾਰ ਨੂੰ ਕਿਸੇ ਸੈਮੀਨਾਰ ਦੀ ਜ਼ਰੂਰਤ ਨਹੀਂ। ਜ਼ਿਮੀਂਦਾਰ ਆਪਣੀ ਜੇ ਫਸਲ ਸਾਂਭਣਾ ਜਾਣਦਾ, ਆਪਣਾ ਵੇਸਟ ਸਾਂਭਣਾ ਵੀ ਜਾਣਦਾ। ਜੀ ਪ੍ਰੋਬਲਮ ਕਿੱਥੇ ਆਉਂਦੀ ਹੈ? ਟਾਈਮ ਗੈਪ ਔਰ ਉਹਨੂੰ ਸੰਭਾਲਣ ਤੇ ਜਿਹੜਾ ਖਰਚਾ ਆਉਂਦਾ। ਮੈਂ ਤੁਹਾਨੂੰ ਦੱਸਿਆ 5-6 ਹਜ਼ਾਰ ਰੁਪਈਆ 1 ਏਕੜ ਨੂੰ ਪਰਾਲੀ ਸਾਂਭਣ ਤੇ ਖਰਚਾ ਆਉਂਦਾ। ਜੇ ਉਹਨੂੰ ਖਰਚਾ ਮਿਲੇਗਾ ਉਹ ਪਰਾਲੀ ਵੀ ਸਾਂਭੇਗਾ। ਦੂਸਰੀ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਜ਼ਿਮੀਂਦਾਰ ਵਾਸਤੇ ਕਿ ਜਿਹੜਾ ਝੋਨਾ ਲਗਾਉਣ ਦਾ ਟਾਈਮ ਹੈ। ਜੀ ਹੁਣ ਜ਼ਿਮੀਂਦਾਰ ਬੜਾ ਅਵੇਅਰ ਆ। ਤੁਸੀਂ ਇਸ ਵਾਰ ਦੇਖਿਆ ਹੋਵੇਗਾ ਕਿ ਲੇਬਰ ਦੀ ਕਮੀ ਸੀ। ਕਿਹੜਾ ਤਰੀਕਾ ਹੈ ਜ਼ਿਮੀਂਦਾਰ ਨੇ ਜਿਹੜਾ ਨਹੀਂ ਅਪਣਾਇਆ ਝੋਨਾ ਲਗਾਉਣ ਵਾਸਤੇ? ਖੁਦ ਹੀ ਅਪਣਾਇਆ, ਸਰਕਾਰ ਨੇ ਤਾਂ ਕੁਝ ਨਹੀਂ ਕੀਤਾ। ਜੇ ਲੇਬਰ ਨਹੀਂ ਸੀ, ਸਰਕਾਰ ਨੇ ਕੀ ਹੈਲਪ ਕੀਤੀ ਜ਼ਿਮੀਂਦਾਰ ਦੀ? ਕੋਈ ਹੈਲਪ ਨਹੀਂ ਕੀਤੀ। ਝੋਨਾ ਫਿਰ ਵੀ ਲੱਗਿਆ। ਪੂਰੇ ਪੰਜਾਬ ਦੇ ਵਿੱਚ ਕੋਈ ਤਕਰੀਬਨ ਨਹੀਂ ਤਾਂ ਮੇਰਾ ਖਿਆਲ ਹੈ ਵੀ 62-65 ਲੱਖ ਏਕੜ ਝੋਨਾ ਲੱਗਦਾ, ਔਰ ਲੇਬਰ ਸਾਡੇ ਕੋਲ ਹੈ ਨਹੀਂ ਸੀ। ਝੋਨਾ ਲੱਗਿਆ, ਜ਼ਿਆਦਾ ਲੇਬਰ ਦਿੱਤੀ, ਕੁਝ ਕੀਤਾ, ਕਿਸੇ ਤਰੀਕੇ ਵੀ ਝੋਨਾ ਲੱਗਿਆ। ਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ ਤਕਰੀਬਨ 4.25 ਲੱਖ ਏਕੜ ਝੋਨਾ ਲੱਗਦਾ। ਜੀ ਇੰਦਰਜੀਤ ਜੀ, ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵਕਤ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਸਾਡੇ ਨਾਲ ਜੁੜੇ ਹੋਏ ਨੇ ਇੰਦਰਜੀਤ ਕੌਰ ਮਾਨ ਤੇ ਗੱਲ ਹੋ ਰਹੀ ਹੈ ਪਰਾਲੀ ਦੀ ਸਮੱਸਿਆ ਤੇ। ਇੰਦਰਜੀਤ ਕੌਰ ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਪਰਾਲੀ ਦੀ ਸਮੱਸਿਆ ਤੇ, ਕਿਸਾਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜ਼ਿਮੀਂਦਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ। ਸਰਕਾਰ ਦਾਅਵੇ ਕਰਦੀ ਹੈ ਬਹੁਤ ਸਾਰੇ ਅਵੇਅਰਨੈਸ ਪ੍ਰੋਗਰਾਮ ਚਲਾਉਣ ਦੀ। ਤੁਸੀਂ ਕਿਹਾ ਕਿ ਅਵੇਅਰਨੈਸ ਦੀ ਦਰਅਸਲ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ ਕੋਈ ਬਹੁਤੀ ਜ਼ਰੂਰਤ ਹੈਗੀ ਨਹੀਂ ਹੈ। ਗੱਲ ਆਉਂਦੀ ਹੈ ਕਿ ਸਮੱਸਿਆਵਾਂ ਦਰਅਸਲ ਹੋਰ ਨੇ ਪਰਾਲੀ ਨੂੰ ਲੈ ਕੇ। ਕੀ ਸਰਕਾਰ ਪਹੁੰਚਦੀ ਹੈ, ਕਿਸਾਨਾਂ ਤੱਕ ਪਹੁੰਚ ਕਰਦੀ ਹੈ ਇਹਨਾਂ ਸਮੱਸਿਆਵਾਂ ਨੂੰ, ਗਰਾਊਂਡ ਲੈਵਲ ਦੀਆਂ ਜਿਹੜੀਆਂ ਇਹ ਸਮੱਸਿਆਵਾਂ ਨੇ ਉਹਨਾਂ ਨੂੰ ਸਮਝਣ ਦੇ ਲਈ ਔਰ ਫਿਰ ਉਹਦੇ ਹੱਲ ਕੱਢਣ ਦੇ ਲਈ?
ਜਿਹੜਾ ਜ਼ਿਮੀਂਦਾਰ ਕੋਲ ਅਪਰੋਚ ਕਰਨ ਦਾ ਸਰਕਾਰ ਦਾ ਮੈਨੂੰ ਕਦੀ ਕੋਈ ਤਰੀਕਾ ਕੋਈ ਸਾਰਥਕ ਨਜ਼ਰ ਆਇਆ ਨਹੀਂ ਜੀ ਕਈ ਵਾਰੀ ਖੇਤੀਬਾੜੀ ਡਿਪਾਰਟਮੈਂਟ ਵਾਲੇ ਸਾਨੂੰ ਅਪਰੋਚ ਕਰਦੇ ਨੇ ਕਿ ਜੀ ਕੋਈ ਸੈਮੀਨਾਰ ਕਰਨਾ ਜਾਂ ਕੁਝ ਕਰਨਾ ਤੁਸੀਂ ਹੁਣ ਇਸ ਟਾਈਮ ਦੇ ਵਿੱਚ ਜੇ ਤੁਸੀਂ ਕਹੋ ਕਿਸੇ ਜ਼ਿਮੀਂਦਾਰ ਨਾਲ ਸੈਮੀਨਾਰ ਕਰਨਾ ਤੇ ਕਿਸੇ ਜ਼ਿਮੀਂਦਾਰ ਕੋਲ ਦਿਨ ਰਾਤ ਦੇ ਵਿੱਚ ਕੋਈ ਸਮਾਂ ਨਹੀਂ ਤਕਰੀਬਨ ਅਗਲਾ 1 ਮਹੀਨਾ ਜ਼ਿਮੀਂਦਾਰ ਕੋਲ ਬਿਲਕੁਲ ਕੋਈ ਟਾਈਮ ਨਹੀਂ ਹੈ ਕਿ ਉਹ ਤੁਹਾਡੀ ਕਿਸੇ ਗੱਲ ਵੱਲ ਧਿਆਨ ਦੇ ਸਕੇ ਔਰ ਇਹਦੇ ਲਈ ਕੋਈ ਵੈਸੇ ਵੀ ਮੈਂ ਸਮਝਦੀ ਹਾਂ ਕਿ ਸੋਸ਼ਲ ਮੀਡੀਆ ਹੈ ਹਰ ਜ਼ਿਮੀਂਦਾਰ ਹਰ ਬੱਚਾ ਫੇਸਬੁੱਕ ਚਲਾਉਂਦਾ ਤੁਸੀਂ ਆਪਣੀ ਜਿਹੜੀ ਵੀ ਜਾਣਕਾਰੀ ਹੈ ਫੇਸਬੁੱਕ ਤੇ ਉਹਦੇ ਤੇ ਪਾਓ ਤੁਸੀਂ ਟੀਵੀ ਤੇ ਦਿਓ ਤੁਸੀਂ ਪੈਂਫਲੇਟ ਸੁੱਟੋ ਪਿੰਡਾਂ ਦੇ ਵਿੱਚ ਤੁਸੀਂ ਜ਼ਿਮੀਂਦਾਰ ਦਾ ਟਾਈਮ ਵੇਸਟ ਨਾ ਕਰੋ ਜਾ ਕੇ ਸੈਮੀਨਾਰ ਲਾਉਣ ਵਾਸਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੈਮੀਨਾਰਾਂ ਦੇ ਵਿੱਚ ਇੰਟਰਸਟ ਨਹੀਂ ਹੈਗਾ ਜ਼ਿਮੀਂਦਾਰਾਂ ਦਾ ਉਹਨਾਂ ਦੀ ਪ੍ਰੋਬਲਮ ਹੈਗੀ ਆ ਕਿ ਉਹਨਾਂ ਨੂੰ ਇਸ ਚੀਜ਼ ਨੂੰ ਨਿਪਟਾਉਣ ਵਾਸਤੇ ਪੈਸੇ ਚਾਹੀਦੇ ਨੰਬਰ 1 ਨੰਬਰ 2 ਤੇ ਜਿਹੜਾ ਝੋਨੇ ਦੇ ਵਿੱਚ ਇਹਨਾਂ ਨੇ ਗੈਪ ਕੀਤਾ ਇਹਨੂੰ 20 ਜੂਨ ਤੱਕ ਲੈ ਕੇ ਗਏ ਅਸੀਂ ਪਾਣੀ ਦੀ ਸਮੱਸਿਆ ਜੀ ਫਿਰ ਉਹੀ ਗੱਲ ਕਿ ਹਰ ਤਰ੍ਹਾਂ ਦਾ ਭਾਂਡਾ ਜਿਹੜਾ ਆ ਹਰ ਤਰ੍ਹਾਂ ਦਾ ਦੋਸ਼ ਜਿਹੜਾ ਆ ਉਹ ਜ਼ਿਮੀਂਦਾਰ ਦੇ ਸਿਰ ਆਉਂਦਾ ਪਾਣੀ ਜ਼ਿਆਦਾ ਯੂਜ਼ ਕਰਦਾ ਉਹ ਜ਼ਿਮੀਂਦਾਰ ਕਰਦਾ ਪੋਲਿਊਸ਼ਨ ਫੈਲਾਉਂਦਾ ਉਹ ਜ਼ਿਮੀਂਦਾਰ ਫੈਲਾਉਂਦਾ ਹੁਣ ਹਫਤਾ ਪਹਿਲਾਂ ਇੱਕ ਦਿੱਲੀ ਦੀ ਹਫਤਾ 10 ਦਿਨ ਪਹਿਲਾਂ ਦਿੱਲੀ ਦੀ ਇੱਕ ਪਿਕਚਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਔਰ ਜਿਹਦੇ ਵਿੱਚ ਉਹ ਧੂਆਂ ਨਜ਼ਰ ਆ ਰਿਹਾ ਸੀ ਜਦ ਕਿ ਉਦੋਂ ਤੱਕ ਹਜੇ ਪੰਜਾਬ ਦੇ ਝੋਨੇ ਨੂੰ ਵੱਢਣਾ ਸ਼ੁਰੂ ਨਹੀਂ ਸੀ ਕੀਤਾ ਗਿਆ ਜਦੋਂ ਦਿੱਲੀ ਪੋਲਿਊਟਡ ਨਜ਼ਰ ਆਉਂਦੀ ਸੀ ਮਤਲਬ ਇਨਸਾਨ ਦਾ ਦਿਲ ਦੁਖਦਾ ਕਿਸਾਨ ਦਾ ਦਿਲ ਦੁਖਦਾ ਕਿ ਸਾਰੇ ਮਤਲਬ ਮੁਲਕ ਦਾ ਢਿੱਡ ਭਰਨ ਵਾਲਾ ਕਿਸਾਨ ਜਿਹੜਾ ਹੈਗਾ ਉਹ ਹਮੇਸ਼ਾ ਆਪਣੇ ਆਪ ਨੂੰ ਦੋਸ਼ੀ ਕਟਹਿਰੇ 'ਚ ਖੜਾ ਪਾਉਂਦਾ ਕਦੀ ਪਾਣੀ ਦੇ ਮੁੱਦੇ ਤੇ ਕਦੀ ਪਰਾਲੀ ਦੇ ਮੁੱਦੇ ਤੇ ਕਦੀ ਤੂੜੀ ਦੇ ਨਾੜ ਦੇ ਮੁੱਦੇ ਤੇ ਕਿਉਂ ਬਈ ਪਾਣੀ ਮਤਲਬ ਸਿਰਫ ਝੋਨੇ ਤੇ 1 ਮਹੀਨੇ ਦੇ ਪਾਣੀ ਦੇ ਨਾਲ ਝੋਨੇ ਨਾਲ ਪਾਣੀ ਖਤਮ ਹੁੰਦਾ ਇਹ ਜਿਹੜੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਲੱਗਣਾ ਬਣਦਾ ਨਹੀਂ ਸੀ ਕੋਲਡ ਡਰਿੰਕਸ ਦੀਆਂ ਫੈਕਟਰੀਆਂ ਲੱਗ ਗਈਆਂ ਪੰਜਾਬ ਦੇ ਵਿੱਚ ਕਿਉਂ ਲੱਗ ਗਈਆਂ ਸਾਡੇ ਕੋਲ ਪਾਣੀ ਨਹੀਂ ਹੈ ਕਿਉਂ ਪਾਣੀ ਜਿਹੜਾ ਹੈਗਾ ਉਹਨਾਂ ਨੂੰ ਉਧਰ ਨਹੀਂ ਲਾਇਆ ਗਿਆ ਜਿੱਥੇ ਪਾਣੀ ਖੁੱਲਾ ਹੈਗਾ ਕਿਉਂ ਰੰਗਾਈ ਦੀਆਂ ਜਿਹੜੀਆਂ ਐਡੀਆਂ ਵੱਡੀਆਂ ਫੈਕਟਰੀਆਂ ਸਾਰੇ ਲੁਧਿਆਣੇ ਦੇ ਵਿੱਚ ਚੱਲਦੀਆਂ ਕਿੰਨੇ ਗੁਣਾ ਵੱਧ ਪਾਣੀ ਜਿਹੜਾ ਜ਼ਿਮੀਂਦਾਰ ਨਾਲੋਂ ਰੰਗਾਈ ਦੀਆਂ ਫੈਕਟਰੀਆਂ ਯੂਜ਼ ਕਰਦੀਆਂ ਉਹ ਨਜ਼ਰ ਨਹੀਂ ਆਉਂਦਾ ਹਰ ਵਾਰ ਟਾਰਗੇਟ ਜਿਹੜਾ ਉਹ ਜ਼ਿਮੀਂਦਾਰ ਨੂੰ ਕੀਤਾ ਜਾਂਦਾ ਮਤਲਬ ਉਹਨੂੰ ਡੀਮੋਰਲਾਈਜ਼ ਹੀ ਕਰੀ ਜਾਂਦੀ ਦੁਨੀਆ ਔਰ ਇੱਕ ਹੋਰ ਤੁਹਾਨੂੰ ਦੱਸਦੀ ਸ਼ਹਿਰਾਂ ਤੇ ਪਿੰਡੂ ਬੱਚੇ ਜਿਹੜੇ ਆ ਉਹਨਾਂ ਦਾ ਆਪਸ ਵਿੱਚ ਇਸ ਚੀਜ਼ ਦੇ ਵਿੱਚ ਬੱਚੇ ਪਿੰਡ ਵਾਲੇ ਆਪਣੇ ਆਪ ਨੂੰ ਮਹਿਸੂਸ ਕਰਦੇ ਜਦੋਂ ਸ਼ਹਿਰਾਂ ਵਾਲੇ ਲੋਕ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਪੋਲਿਊਸ਼ਨ ਫੈਲਾਉਂਦੇ ਹੋ ਮਤਲਬ ਤੁਸੀਂ ਬੱਚਿਆਂ ਦਾ ਮਾਈਂਡਸੈਟ ਕਿੱਧਰ ਨੂੰ ਜਾ ਰਿਹਾ ਬੱਚੇ ਮੈਂਟਲੀ ਕਿੱਦਾਂ ਫੀਲ ਕਰਦੇ ਆ ਪਿੰਡਾਂ ਵਾਲਿਆਂ ਦੀ ਮਤਲਬ ਕਿੱਥੇ ਖੜੇ ਕੀਤਾ ਹੋਇਆ ਸਾਨੂੰ ਇਹਨਾਂ ਨੇ ਹੈਨਾ ਉਹ ਆਪਾਂ ਫਿਰ ਦੁਬਾਰਾ ਉੱਥੇ ਨੇ ਇੱਕ ਤਾਂ ਝੋਨੇ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਥੋੜਾ ਐਡਵਾਂਸ ਹੋਣਾ ਚਾਹੀਦਾ ਤਾਂ ਕਿ ਜ਼ਿਮੀਂਦਾਰ ਕੋਲ ਲਾਸਟ ਦੇ ਵਿੱਚ ਟਾਈਮ ਹੋਵੇ ਮੈਨੂੰ ਖੁਦ ਖੇਤੀ ਛੱਡੀ ਨੂੰ ਕੋਈ 10 ਸਾਲ ਹੋਏ ਵੈਸੇ ਖੇਤੀ ਕੀਤੀ ਜਾਂਦੀ ਹੈ ਮੈਂ ਜਦੋਂ ਆਪਣੇ ਹੱਥ ਨਾਲ ਖੇਤੀ ਕਰਦੀ ਸੀ ਝੋਨਾ ਲੱਗਣ ਦਾ ਟਾਈਮ ਸਹੀ ਹੁੰਦਾ ਸੀ ਕਣਕ ਝੋਨੇ ਦੀ ਕਟਾਈ ਤੋਂ ਬਾਅਦ ਅਸੀਂ ਉਹ ਪਰਾਲੀ ਜਿਹੜੀ ਆ ਨਾ ਉਹਨੂੰ ਟੋਟਲ ਪਰਾਲੀ ਨੂੰ ਤਵੀਆਂ ਦੇ ਨਾਲ ਖੇਤ ਦੇ ਵਿੱਚ ਵਾਹੁੰਦੇ ਸੀ ਫਿਰ ਉਹਨੂੰ ਰੌਣੀ ਕਰਦੇ ਸੀ ਜਦੋਂ ਰੌਣੀ ਕੀਤੀ ਜਾਂਦੀ ਸੀ 10-15 ਦਿਨ ਦਾ ਟਾਈਮ 20 ਦਿਨ ਦਾ ਮਿਲਦਾ ਸੀ ਉਹ ਸਾਰੀ ਪਰਾਲੀ ਜਿਹੜੀ ਖੇਤ ਦੇ ਵਿੱਚ ਗਲ ਜਾਂਦੀ ਸੀ ਫਿਰ ਉਹ ਸਾਨੂੰ ਮਤਲਬ ਖਾਦ ਦਾ ਕੰਮ ਦਿੰਦੀ ਸੀ ਪਰ ਹੁਣ ਸਾਡੇ ਕੋਲ ਟਾਈਮ ਨਹੀਂ ਸਾਡੇ ਕੋਲ ਕੋਈ ਟਾਈਮ ਨਹੀਂ ਹੈ ਕਿ ਅਸੀਂ ਉਸ ਪਰਾਲੀ ਨੂੰ ਖੇਤਾਂ ਦੇ ਵਿੱਚ ਗਾਲੀਏ ਜਦ ਕਿ ਉਹ ਕੀਤਾ ਜਾ ਸਕਦਾ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ ਪਰਾਲੀ ਨੂੰ ਖਾਦ ਦੇ ਤੌਰ ਤੇ ਯੂਜ਼ ਕੀਤਾ ਜਾ ਸਕਦਾ ਜਾਂ ਪਰਾਲੀ ਦੀਆਂ ਵੱਖ ਤੋਂ ਸਰਕਾਰ ਕੋਈ ਜਿਵੇਂ ਹੁਣ ਇਹ ਫਿਊਲ ਵਾਲੇ ਨੇ ਆਪਣੇ ਐਨਰਜੀ ਪਲਾਂਟ ਲੱਗੇ ਨੇ ਜਿਵੇਂ ਦਾ ਪਲਾਂਟ ਸਾਡੇ ਲੱਗਿਆ ਹੋਇਆ ਇਦਾਂ ਦੇ ਪੰਜਾਬ ਦੇ ਵਿੱਚ ਹੋਰ 8-10 ਪਲਾਂਟ ਜਿਹੜੇ ਚੱਲਦੇ ਔਰ ਇਹ ਸਾਡੇ ਕੋਲ ਜਿਹੜਾ 6 ਮੈਗਾਵਾਟ ਦਾ ਇਹਨਾਂ ਦੇ ਇਸੇ ਕੰਪਨੀ ਦੇ 2 ਹੋਰ ਪਲਾਂਟ ਨੇ ਇੱਕ ਮਾਣੂਕੇ ਮੋਗਾ ਜ਼ਿਲ੍ਹੇ ਦੇ ਵਿੱਚ ਹੈ ਇੱਕ ਜੈਜੋਂ ਦੇ ਵਿੱਚ ਇਹਨਾਂ ਦਾ ਪਲਾਂਟ ਆ ਔਰ ਮਾਲਵੇ ਦੇ ਵਿੱਚ ਕਿਉਂਕਿ ਬੈਲਟ ਸਾਰੀ ਉਹ ਜਿਹੜੀ ਹੈਗੀ ਕਾਟਨ ਬੈਲਟ ਆ ਉੱਥੇ ਬਹੁਤ ਸਾਰੇ 18 ਵੱਡੇ ਮੈਗਾਵਾਟ ਦੇ ਜਿਹੜੇ ਪਲਾਂਟ ਲੱਗੇ ਹੋਏ ਆ ਇਸੇ ਤਰ੍ਹਾਂ ਹੀ ਜਿਹੜੇ ਇਹ ਜਿਹੜਾ 6 ਮੈਗਾਵਾਟ ਦਾ ਪਲਾਂਟ ਹੈ ਇਹਦੀ ਕੋਈ ਕੰਜ਼ੰਪਸ਼ਨ ਜਿਹੜੀ ਹੈ ਸਾਲ ਦੀ ਫਿਊਲ ਦੀ 1 ਲੱਖ ਟਨ ਦੀ ਹੈ ਜਦ ਕਿ ਪਰਾਲੀ ਜਿਹੜੀ ਆ ਉਹ ਇਕੱਠੀ ਹੋ ਕੇ ਇਹਨਾਂ ਨੂੰ ਮਿਲਦੀ ਸਿਰਫ 25000 ਟਨ ਇੱਕ ਪਲਾਂਟ ਪਰਾਲੀ ਨੂੰ ਇਕੱਠਾ ਕਰਨਾ ਵੀ ਇੱਕ ਵੱਡੀ ਸਮੱਸਿਆ ਜੇ ਹੁਣ ਅਸੀਂ ਕਹੀਏ ਕਿ ਆਪਾਂ ਇਹ ਸਮਝਦੇ ਹਾਂ ਕਿ ਜਿਹੜਾ ਬਲਾਕ ਹੈ ਸਾਡਾ ਆਪਾਂ ਐਗਜ਼ਾਮਪਲ ਦੇ ਤੌਰ ਤੇ ਨਕੋਦਰ ਬਲਾਕ ਲੈ ਲੈਂਦੇ ਨਕੋਦਰ ਬਲਾਕ ਦੇ ਵਿੱਚ ਕੋਈ ਪੈਡੀ ਦੇ ਥੱਲੇ ਹੋਏਗਾ ਕੋਈ ਰਕਬਾ ਕੋਈ 35-36 ਹਜ਼ਾਰ ਏਕੜ ਪੈਡੀ ਰਕਬਾ ਆ ਜਾਏਗਾ ਇਹ 35-36 ਹਜ਼ਾਰ ਰਕਬਾ ਟੋਟਲ ਇਹ 6 ਮੈਗਾਵਾਟ ਦਾ ਜਿਹੜਾ ਪਲਾਂਟ ਆ ਉਹ ਇਹਨੂੰ ਸੰਭਾਲ ਸਕਦਾ ਮਤਲਬ ਜੇ ਸਰਕਾਰਾਂ ਆਪਣੀ ਕਨਸੈਂਟਰੇਸ਼ਨ ਬਣਾਉਣ ਇਸ ਚੀਜ਼ ਤੇ ਧਿਆਨ ਦੇਣ
ਇਹ 6 ਮੈਗਾਵਾਟ ਦਾ ਪਲਾਂਟ ਜਿਹੜਾ ਆ ਉਹ ਪੂਰੇ ਨਕੋਦਰ ਬਲਾਕ ਜਾਂ ਕਹਿ ਲਓ ਕਿ 35 ਹਜ਼ਾਰ ਏਕੜ ਦੀ ਪਰਾਲੀ ਸੰਭਾਲਣ ਦੇ ਸਮਰੱਥ ਆ। ਸੰਭਾਲੇ ਕਿਵੇਂ? ਜ਼ਿਮੀਂਦਾਰ ਉੱਥੇ ਲੈ ਕੇ ਪਹੁੰਚੇ ਕਿਵੇਂ? ਜ਼ਿਮੀਂਦਾਰ ਕਿੱਥੋਂ ਐਕਸਟਰਾ ਪੈਸਾ ਲਗਾਵੇ, ਕਿਵੇਂ ਲੈ ਕੇ ਆਵੇ? ਆ ਬੇਲਰਾਂ ਦੀ ਸਬਸਿਡੀ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਇਹ ਕੀ ਡਰਾਮਾ ਚੱਲਦਾ ਪਿਆ। ਫਿਰ ਇੱਕ ਹੋਰ ਮੁੱਦਾ ਜੀ, ਜਦੋਂ ਟਰਾਲੀਆਂ ਦੂਰ ਤੋਂ ਉਹ ਪਰਾਲੀ ਲੈ ਕੇ ਆਂਦੀਆਂ ਔਰ ਜਿਵੇਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਬੜੀਆਂ ਕਾਲੀਆਂ ਭੇਡਾਂ ਨੇ, ਉਹਨਾਂ ਨੂੰ ਆਉਣ ਲੱਗਿਆ ਪਰੇਸ਼ਾਨੀ ਹੁੰਦੀ ਹੈ। ਪਰਚੀਆਂ ਲੱਗੀਆਂ ਹੋਈਆਂ ਨੇ ਜੀ, ਪਰਾਲੀ ਵਾਲੀ ਟਰਾਲੀ ਲੰਘੂਗੀ ਤਾਂ ਪੈਸੇ ਦੇ ਕੇ ਲੰਘੂਗੀ। ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਜ਼ਿਮੀਂਦਾਰ ਨੂੰ ਕਿੱਥੇ ਕਿੱਥੇ ਕੀ ਫੇਸ ਕਰਨਾ ਪੈ ਰਿਹਾ ਜੀ। ਇਹ ਸਾਰੀਆਂ ਚੀਜ਼ਾਂ ਸਮਝਣ ਵਾਸਤੇ ਕੌਣ ਆਉਂਦਾ ਪਿੰਡਾਂ 'ਚ? ਕਿਹੜੀ ਸਰਕਾਰ ਆ ਕੇ ਇਹ ਬਾਤ ਪੁੱਛਦੀ ਹੈ ਕਿ ਤੁਸੀਂ ਕਿਵੇਂ ਇੱਥੇ ਪਹੁੰਚ ਸਕਦੇ ਹੋ? ਦੂਸਰੀ ਚੀਜ਼, ਜੇ ਉਹਨਾਂ ਦੇ ਕੋਲ ਪੈਸੇ, ਹੁਣ ਜਿਹੜਾ ਬੇਲਰ ਵਾਲਾ ਇਨਸਾਨ ਹੈ ਜਿਹਨੇ ਬੇਲਰ ਤੇ ਪੈਸੇ ਲਗਾਏ ਆ, ਉਹਨੇ ਫਿਊਲ ਜਾ ਕੇ ਕੰਪਨੀ 'ਚ ਵੇਚਣਾ ਤੇ ਉਹ ਉਹਨਾਂ ਰੇਟ ਨਹੀਂ ਮਿਲਦਾ ਉਹਨੂੰ। ਜੇ ਜ਼ਿਮੀਂਦਾਰ ਨੂੰ ਪੈਸੇ ਮਿਲਦੇ ਆ, ਜੇ ਸਰਕਾਰ ਜ਼ਿਮੀਂਦਾਰ ਨੂੰ ਪੈਸੇ ਦੇਊਗੀ, ਬੇਲਰ ਵਾਲੇ ਨੂੰ ਪੈਸੇ ਦਿੱਤੇ ਜਾਣਗੇ ਔਰ ਵੱਧ ਤੋਂ ਵੱਧ ਇਹ ਮਸ਼ੀਨਰੀ ਪੰਜਾਬ 'ਚ ਆਏਗੀ। ਅਨਐਮਪਲੋਇਡ ਦੀ ਜਿਹੜੀ ਹੈਗੀ ਉਹ ਸਮੱਸਿਆ ਖਤਮ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਸੀਜ਼ਨਲ ਜਿਹੜਾ ਉਹ ਰੋਜ਼ਗਾਰ ਮਿਲਦਾ। ਜ਼ਿਮੀਂਦਾਰ ਦੀ ਇਹ ਤੋਂ ਪਰਾਲੀ ਤੋਂ ਖਲਾਸੀ ਹੁੰਦੀ ਹੈ ਔਰ ਇਹਦੀ ਅੱਗ ਲੱਗਣ ਦਾ ਸਿਲਸਿਲਾ ਜਿਹੜਾ ਇਹ 100% ਬੰਦ ਹੋ ਸਕਦਾ ਜੇ ਵਾਕਈ ਕੰਮ ਜਿਹੜਾ ਗਰਾਊਂਡ ਲੈਵਲ ਤੇ ਕੀਤਾ ਜਾਵੇ, ਸਰਕਾਰ ਜੇ ਸੰਜੀਦਾ ਹੋਵੇ ਤਾਂ। ਪਿਛਲੀਆਂ ਸਰਕਾਰਾਂ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਜਿੰਨੇ ਪਲਾਂਟ ਲੱਗੇ ਨੇ ਟੋਟਲ ਪਰਾਲੀ ਦੀ ਵੇਸਟੇਜ ਨੂੰ ਸਾਂਭਣ ਵਾਸਤੇ, ਪਰਾਲੀ ਨੂੰ ਸਾਂਭਣ ਵਾਸਤੇ, ਸਾਰੇ ਦੇ ਸਾਰੇ ਪਲਾਂਟ ਜਿਹੜੇ ਨਾ ਇਹ ਅਕਾਲੀ ਦਲ ਦੀ ਸਰਕਾਰ ਵੇਲੇ ਦੇ ਲੱਗੇ ਹੋਏ ਨੇ। ਇਹ ਇੱਕ ਵੱਖਰਾ, ਕਿਉਂਕਿ ਸਟੈਪ ਬਾਈ ਸਟੈਪ ਕੰਮ ਹੁੰਦੇ। ਇੱਕ ਵਾਰ ਤੁਸੀਂ ਪਲਾਂਟ ਲਾਉਂਦੇ ਆ, ਅਗਲੀ ਵਾਰ ਤੁਸੀਂ ਇਹ ਦੇਖੋ ਪਲਾਂਟਾਂ ਤੱਕ ਜਿਹੜੀ ਪੈਡੀ ਆ ਉਹਨੂੰ ਪਹੁੰਚਾਉਣਾ ਕਿਵੇਂ। ਔਰ ਇਹ ਇਕੱਲੀ ਪੈਡੀ ਨਹੀਂ, ਇੱਕ ਚੀਜ਼ ਹੋਰ ਕਿ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਕਣਕ ਦਾ ਨਾੜ ਆ, ਕਣਕ ਦਾ ਨਾੜ ਸਾਡੇ ਤੂੜੀ ਬਣਾਉਣ ਦੇ ਕੰਮ ਆ ਜਾਂਦਾ। ਉਹ ਤੂੜੀ ਆਊਟ ਆਫ ਸਟੇਟ ਵੀ ਜਾਂਦੀ ਹੈ, ਤੂੜੀ ਬਣ ਜਾਂਦੀ ਹੈ, ਬੜਾ ਕੁਝ ਹੋ ਜਾਂਦਾ। ਉਹਦੇ ਬਾਵਜੂਦ ਇੱਕ ਵੇਸਟ ਬਚਦੀ ਹੈ। ਝੋਨੇ ਦੀ ਵੇਸਟ ਜਿਹੜੀ ਉਹ ਕਣਕ ਦੇ ਖੇਤਾਂ ਦੇ ਵਿੱਚ ਕੁਝ ਹੱਦ ਤੱਕ ਅਸੀਂ ਵਾਹ ਸਕਦੇ ਹਾਂ, ਲੇਕਿਨ ਜਿਹੜੀ ਕਣਕ ਦੀ ਵੇਸਟ ਆ ਉਹਨੂੰ ਖੇਤ ਦੇ ਵਿੱਚ ਨਹੀਂ ਵਾਹਿਆ ਜਾ ਸਕਦਾ। ਉਹਦਾ ਕਾਰਨ ਇਹ ਆ ਕਿ ਜਿਹੜੀ ਉਹ ਤੂੜੀ ਆ ਨਾ, ਉਹਨੂੰ ਗਲਣ ਵਾਸਤੇ ਘੱਟ ਤੋਂ ਘੱਟ 3-4 ਮਹੀਨੇ ਦਾ ਟਾਈਮ ਚਾਹੀਦਾ ਹੁੰਦਾ। ਉਹਦੇ ਵਿੱਚ ਵੀ ਕੋਈ ਟਾਈਮ ਨਹੀਂ ਹੁੰਦਾ। ਉਹ ਜਿਹੜੀ ਤੂੜੀ ਆ ਫਿਰ ਜਦੋਂ ਕੱਦੂ ਕਰਨ ਵਾਸਤੇ ਪਾਣੀ ਲਗਾਇਆ ਜਾਂਦਾ, ਜਦੋਂ ਝੋਨਾ ਬੀਜਿਆ ਜਾਂਦਾ, ਉਹ ਤੂੜੀ ਤਰ ਕੇ ਉੱਪਰ ਆ ਜਾਂਦੀ। ਉਹ ਜਦੋਂ ਬੇਬੀ ਪਲਾਂਟ ਹੁੰਦਾ, ਜਦੋਂ ਅਸੀਂ ਕੱਦੂ ਕਰਕੇ ਝੋਨਾ ਲਗਾਉਂਦੇ ਆ, ਥੋੜਾ ਜਿਹਾ ਹਵਾ ਚੱਲ ਗਈ ਜਾਂ ਥੋੜਾ ਜਿਹਾ ਪਾਣੀ ਓਵਰ ਹੋ ਗਿਆ ਜਾਂ ਕੁਝ ਵੀ ਹੋ ਜਾਏ, ਉਹ ਸਾਰਾ ਝੋਨਾ ਉਸ ਨਾੜ ਦੇ ਨਾਲ ਲੰਬਾ ਪੈ ਜਾਂਦਾ। ਝੋਨਾ ਜ਼ਿਮੀਂਦਾਰ ਦੀ ਵੇਸਟ ਹੋ ਜਾਂਦੀ। ਪਰਾਲੀ ਦੇ ਵਿੱਚ ਜਿਹੜਾ ਸਰਕਾਰ ਨੂੰ ਥੋੜੀ ਜਿਹੀ ਇਹ ਹੈ ਕਿ ਵੀ ਜਿਹੜੇ ਲਾਸਟ ਦੇ ਉੱਤੇ ਜਿਹੜਾ ਰਹਿੰਦ ਖੁੰਦ ਬਚਦੀ ਹੈ ਵੱਟਾਂ ਦੇ ਉੱਪਰ, ਉਹਨੂੰ ਕੋਈ ਵੀ ਤਰੀਕਾ ਨਹੀਂ ਕਿ ਉਹਨੂੰ ਕੁਝ ਕੀਤਾ ਜਾ ਸਕੇ, ਸਾਂਭਿਆ ਜਾ ਸਕੇ। ਉਹ ਆਖਰੀ ਹੱਲ ਜਿਹੜਾ ਉਹ ਵੱਟਾਂ ਦੀ ਜਿਹੜੀ ਰਹਿੰਦ ਖੁੰਦ ਹੈ ਉਹਨੂੰ ਅੱਗ ਲਾਉਣਾ ਹੀ ਹੈ ਔਰ ਉਹ ਕੋਈ ਵੱਡਾ ਪੋਲਿਊਸ਼ਨ ਨਹੀਂ ਹੈ। ਠੀਕ ਹੈ ਨਾ। ਇਹਦੇ ਵਿੱਚ ਤੇ ਇਹ ਕਿ ਥੋੜੀ ਰਿਲੈਕਸੇਸ਼ਨ ਕੀਤੀ ਜਾਵੇ। ਜੇ ਸਰਕਾਰ 200 ਰੁਪਇਆ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਜ਼ਿਮੀਂਦਾਰ ਨੂੰ ਖਰਚਾ ਦਿੰਦੀ ਹੈ, ਫਿਰ ਉਹ ਸਖਤੀ ਕਰਨ ਦੀ ਹੱਕਦਾਰ ਆ, ਉਹ ਪਰਚੇ ਕਰਨ ਦੀ ਹੱਕਦਾਰ ਆ, ਉਹ ਜ਼ਿਮੀਂਦਾਰ ਨਾਲ ਨਿਪਟਣ ਦੀ ਹੱਕਦਾਰ ਆ। ਇਸ ਵੇਲੇ ਜਿਹੜੀਆਂ ਸਰਕਾਰ ਸਖਤੀਆਂ ਕਰਦੀ ਹੈ, ਜ਼ਿਮੀਂਦਾਰ ਨੂੰ ਬੇਇੱਜ਼ਤ ਕੀਤਾ ਜਾਂਦਾ, ਜਿਹੜੇ ਪਰਚੇ ਦਿੱਤੇ ਜਾਂਦੇ, ਸਰਕਾਰ ਇਹਦੀ ਹੱਕਦਾਰ ਨਹੀਂ ਹੈ ਕਿਉਂਕਿ ਸਰਕਾਰ ਕੁਝ ਨਹੀਂ ਕਰ ਰਹੀ। ਜਿੰਨੀ ਦੇਰ ਜਦੋਂ ਤੁਸੀਂ ਉਹਨਾਂ ਦੇ ਨਾਲ ਖੜੋਗੇ, ਉਦੋਂ ਤੁਸੀਂ ਉਹਨਾਂ ਤੇ ਸਖਤੀ ਕਰਨ ਦੇ ਹੱਕਦਾਰ ਔਰ ਕੀਤੀ ਵੀ ਜਾਣੀ ਚਾਹੀਦੀ। ਮੇਰਾ ਆਪਣਾ ਇਹ ਮੰਨਣਾ ਜੀ। ਬਿਲਕੁਲ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਸ ਮਸਲੇ ਬਾਰੇ ਦੱਸੀਆਂ, ਬਹੁਤ ਸਾਰੀਆਂ ਸੱਚਾਈਆਂ ਜਿਹੜੀਆਂ ਨੇ ਉਹ ਸਾਹਮਣੇ ਤੁਸੀਂ ਲੈ ਕੇ ਆਏ ਹੋ ਕਿ ਜ਼ਮੀਨਦਾਰ ਦੀ ਕੀ ਮੁਸ਼ਕਲ ਹੈ, ਕਿਸਾਨ ਦੀ ਕੀ ਮੁਸ਼ਕਲ ਹੈ, ਇਸ ਦੇ ਉੱਪਰ ਅਸੀਂ ਗੱਲ ਕੀਤੀ ਹੈ। ਔਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਪਰਾਲੀ ਦਰਅਸਲ ਇੱਕ ਸਮੱਸਿਆ ਤੋਂ ਬਾਅਦ ਇੱਕ ਮੁੱਦਾ ਹੈ, ਇੱਕ ਸਿਆਸੀ ਮਸਲਾ ਹੈ ਜਿੱਥੇ ਸ਼ਾਇਦ ਕਿਸਾਨਾਂ ਦੀ ਉਸ ਤਰੀਕੇ ਦੇ ਨਾਲ ਗੱਲ ਜਿਹੜੀ ਆ ਉਹ ਨਹੀਂ ਸੁਣੀ ਜਾ ਰਹੀ। ਇਸ ਦੇ ਨਾਲ ਹੀ ਪ੍ਰੋਗਰਾਮ ਪੰਜਾਬ ਚਰਚਾ ਨੂੰ ਇੱਥੇ ਹੀ ਸਮੇਟਦੇ ਹਾਂ ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਇੰਦਰਜੀਤ ਕੌਰ ਬਾਂਝੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਇਹਦੀ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਇੱਕ ਦਿਨ ਫਿਰ ਮਿਲਾਂਗੇ ਪੰਜਾਬ ਚਰਚਾ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ। ਵੇਖਦੇ ਰਹੋ ਪੰਜਾਬ ਮੇਲ USA TV।